ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋ। ਪਿਛਲੇ ਹਫਤੇ ਅਸੀਂ ਕਮਿਊਨਿਟੀ ਪ੍ਰੋਫਾਈਲ ਪ੍ਰੋਗਰਾਮ ਦੇ ਵਿੱਚ ਤੁਹਾਡੀ ਮੁਲਾਕਾਤ ਕਰਵਾਈ ਸੀ ਸੋਹਣ ਸਿੰਘ ਦਿਓ ਜੀ ਨਾਲ, ਅਤੇ ਜਿਹੜੀ ਸੀਰੀਜ਼ ਸ਼ੁਰੂ ਕੀਤੀ ਸੀ ਅਸੀਂ 70s ਦੇ ਕੋਲ ਪਹੁੰਚ ਗਏ ਸੀ, ਜਿਸ ਵਿੱਚ ਕਿ ਨਵਾਂ ਗੁਰਦੁਆਰੇ ਦੀ ਉਸਾਰੀ ਦੀ ਗੱਲਬਾਤ ਚੱਲ ਰਹੀ ਸੀ। ਇਸ ਸਮੇਂ ਦੌਰਾਨ ਕੀ ਮਾਹੌਲ ਹੁੰਦਾ ਸੀ, ਕਿਸ ਤਰੀਕੇ ਨਾਲ ਸੋਹਣ ਸਿੰਘ ਦਿਓ ਅਤੇ ਇਹਨਾਂ ਦੇ ਗਰੁੱਪ ਨੇ ਜੋ ਹੈ ਆਪਣਾ ਯੋਗਦਾਨ ਪਾਇਆ, ਕੀ ਕੁਝ ਹੋਇਆ, ਆਓ ਇਸ ਬਾਰੇ ਜਾਣਕਾਰੀ ਲੈਂਦੇ ਹਾਂ ਸੋਹਣ ਸਿੰਘ ਦਿਓ ਜੀ ਤੋਂ। ਜੀ ਆਨ ਜੀ, ਵੰਸ ਅਗੇਨ ਵੈਲਕਮ ਟੂ ਦ ਪ੍ਰੋਗਰਾਮ। ਸੋ ਇਹ ਸਮਾਂ ਸੀ ਜੀ, ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੋਏਗਾ, ਇੱਕ ਪਾਸੇ ਡਰ ਵੀ ਸੀ ਜਿਸ ਤਰ੍ਹਾਂ ਤੁਸੀਂ ਦੱਸਿਆ ਸੀ ਪਿਛਲੇ ਹਫਤੇ ਕਿ ਇੰਨਾ ਮਾਇਆ ਇਕੱਠੀ ਕਰਕੇ ਕਿੱਥੋਂ ਵਾਪਸ ਦਿੱਤੀ ਜਾਏਗੀ। ਸੋ ਕਿਸ ਤਰ੍ਹਾਂ ਫਿਰ ਇਹ ਸਾਰਾ ਕੰਮ ਹੋਇਆ? ਇਹ ਸਾਰੀ ਹੈ ਇਹਦੇ ਵਿੱਚ ਉਤਸ਼ਾਹ ਬਹੁਤ ਵਧੀਆ ਸੀਗਾ ਜੀ, ਔਰ ਇਹ ਸਾਰੇ ਜੋ ਕੁਝ ਵੀ ਸੀਗਾ ਇਹ ਬੰਦੇ ਸਾਰੇ ਵਧੀਆ ਸੀ। ਉਸ ਵੇਲੇ ਮੇਰੀ ਇਨਵੋਲਵਮੈਂਟ ਥੋੜ੍ਹੀ ਜਿਹੀ ਉਹ ਨਹੀਂ ਜ਼ਿਆਦਾ, ਚਾਹੇ ਮੇਰਾ ਇੰਟਰਸਟ ਦੂਜੇ ਪਾਸੇ ਸੀਗਾ, ਲੇਕਿਨ ਮੇਰੀ ਇਨਵੋਲਵਮੈਂਟ ਵੀ ਪੂਰੀ ਹੋ ਇੱਧਰਲੇ ਪਾਸੇ ਆ ਗਈ ਸੀਗੀ ਜੀ। ਕਿਉਂਕਿ 69 ਦੇ ਵਿੱਚ ਜਦੋਂ ਗੁਰਦੁਆਰਾ ਖੁੱਲ੍ਹਿਆ ਤਾਂ 69 ਦੇ ਵਿੱਚ ਵੀ ਮੈਂ ਟਰੇਜਰ ਸੀਗਾ, ਮਹਿੰਦਰ ਸਿੰਘ ਸੀਗਾ ਪ੍ਰੈਜ਼ੀਡੈਂਟ, ਤੇ ਮੈਂ ਟਰੇਜਰ ਸੀਗਾ। ਤਾਂ ਲੇਕਿਨ ਜਿਹੜੀ ਕੰਸਟਰਕਸ਼ਨ ਕਮੇਟੀ ਸੀਗੀ ਉਹ ਜੁਦੀ ਬਣਾਈ ਹੋਈ ਸੀ। ਗੁਰਦੁਆਰੇ ਦੀ ਕਮੇਟੀ ਜਿਹੜੀ ਜੁਦੀ ਸੀਗੀ, ਮੈਂ ਗੁਰਦੁਆਰੇ ਦੀ ਕਮੇਟੀ ਸੀਗਾ, ਕੰਸਟਰਕਸ਼ਨ ਕਮੇਟੀ, ਲੇਕਿਨ ਇਕੱਠੇ ਕੰਮ ਕਰਦੇ ਸੀਗੇ, ਉਹ ਤਾਂ ਕਹਿਣੀ ਨਹੀਂ ਸੀਗਾ ਨਾ ਜੀ। ਤਾਂ ਇਹ ਲੇਕਿਨ ਉਸ ਵੇਲੇ ਫਿਰ ਇਹਦਾ ਜਿਹੜਾ ਇਹ ਜਿਹੜੀ ਆਪਣੇ ਗੁਰਦੁਆਰਾ ਸਾਹਿਬ ਦੀ ਜਿਹੜੀ ਹੈਗੀ ਆ ਜੀ 75,000 ਦੀ ਜ਼ਮੀਨ ਲਈ ਸੀਗੀ, ਤਾਂ ਤਕਰੀਬਨ ਇਹਦੇ 4.5 ਲੱਖ ਦਾ ਸੀਗਾ ਇਹਦਾ, ਲੇਕਿਨ ਕਲੋਜ਼ ਟੂ 500,000 ਫਿਰ ਮਗਰਵਾਣੀ ਕਰਦਿਆਂ ਲੱਗ ਗਿਆ। ਤਾਂ ਲੇਕਿਨ ਉਹਦੇ ਵਿੱਚ ਕੋਈ ਬਹੁਤੀ ਤਕਲੀਫ ਨਹੀਂ ਹੋਈ ਹੈ। ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਵੀ ਉਸ ਵੇਲੇ, ਹੁਣ ਇਸ ਵੇਲੇ ਗੱਲਾਂ ਕਈ ਵਾਰੀ ਚੱਲਦੀਆਂ ਵੀ ਜੀ ਉਹ ਜਿਹੜਾ ਸੈਕੰਡ ਐਵਨਿਊ ਵਾਲਾ ਗੁਰਦੁਆਰਾ ਨਹੀਂ ਸੀ ਵੇਚਣਾ ਚਾਹੀਦਾ, ਉਹ ਕਿਉਂ ਵੇਚਿਆ ਗਿਆ? ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਨਹੀਂ ਸੀ ਵੇਚਣਾ ਚਾਹੀਦਾ, ਔਰ ਐਡੀ ਸ਼ਾਇਦ ਲੋੜ ਵੀ ਨਾ ਸੀ ਹੈ ਵੇਚਣ ਦੀ, ਕਿਉਂਕਿ ਜਿਹੜੇ ਉਸ ਵੇਲੇ ਦੇ ਪੜ੍ਹੇ ਲਿਖੇ ਜਿਹੜੇ ਡਾਕਟਰ ਹੋਇਆ, ਮਹਿੰਦਰ ਸਿੰਘ ਗਿੱਲ ਹੋਇਆ, ਸਾਬੂ ਹੋਇਆ, ਜਿਹੜੇ ਉਸ ਵੇਲੇ ਦੇ ਬੰਦੇ ਸੀਗੇ ਨਾ ਜੀ, ਉਹ ਇਹ ਪ੍ਰਪੋਜ਼ਲ ਉਸ ਵੇਲੇ ਘਵਾਈ ਸੀਗੀ। ਉਹ ਇੱਕ ਕੰਪਨੀ ਕਹਿੰਦੀ ਸੀਗੀ ਅਸੀਂ ਤੁਹਾਡੇ ਇੱਥੇ ਅਪਾਰਟਮੈਂਟ ਬਣਾ ਦਿੰਦੇ ਹਾਂ, ਵੀ ਅਸੀਂ ਜ਼ਮੀਨ ਤੁਹਾਡੀ ਆ, ਵੀ ਬਣਾਵਾਂਗੇ ਅਸੀਂ ਸਭ ਕੁਝ, 25 ਈਅਰ ਤੋਂ ਬਾਅਦ ਫਿਰ ਤੁਹਾਡਾ ਹੋ ਜਾਊ। ਠੀਕ ਹੈ। ਲੇਕਿਨ ਇੱਦਾਂ ਫਿਰ ਕਮਿਊਨਿਟੀ ਦੇ ਵਿੱਚ 25 ਈਅਰ ਕਦ ਆਉਣੇ, ਇਹ ਆਉਣਾ, ਬਾਹ ਆਉਣਾ, ਲੇਕਿਨ ਉਹ ਤੋਂ ਬਾਅਦ 70 ਮੇਰੇ ਖਿਆਲ 72 ਦੇ ਵਿੱਚ ਫਿਰ ਜਿਹੜੀ ਹੈ ਨਾ ਜੀ ਕਮੇਟੀ ਆਈ ਆ, ਤਾਂ ਉਹਨਾਂ ਨੇ ਉਹ ਫਿਰ ਗੁਰਦੁਆਰਾ ਜਿਹੜਾ ਆ ਉਹ ਵੇਚ ਦਿੱਤਾ। ਲੇਕਿਨ ਉਹ ਉਸ ਵੇਲੇ ਵੀ ਕੁਛ ਬੰਦੇ ਜਿਹੜੇ ਸੀਗੇ ਨਾ ਅਗਾਂਹ ਵਧੂ ਖਿਆਲਾਂ ਦੇ, ਉਹ ਕਹਿੰਦੇ ਸੀਗੇ ਵੀ ਥੋੜ੍ਹੇ ਪੈਸੇ ਵੀ ਉਸ ਵੇਲੇ ਕੀ ਸੀਗੇ ਜੀ, ਬਹੁਤੇ ਨਹੀਂ ਸੀ ਹੈ ਵੀ ਕੱਲ੍ਹ ਲਈ ਉਹ, ਪਰ ਲੇਕਿਨ ਚਲੋ ਵੇਚ ਦਿੱਤਾ। ਇਹਦੇ ਵੀ ਕੋਈ ਸ਼ੱਕ ਨਹੀਂ ਹੈ ਵੀ ਲੋੜ ਵੀ ਸੀਗੀ। ਰਾਈਟ। ਸੋ ਇਹਦੇ ਦੌਰਾਨ ਤੁਸੀਂ ਇਨਵੋਲਵਮੈਂਟ ਤੁਹਾਡੀ ਵੱਧਦੀ ਗਈ, ਤੁਸੀਂ ਸੈਕਟਰੀ ਸੀ, ਉਸ ਤੋਂ ਬਾਅਦ ਪ੍ਰੈਜ਼ੀਡੈਂਟ ਵੀ ਬਣੇ। ਇਹਦੇ ਵਿੱਚ ਤੁਸੀਂ ਕਿਸ ਤਰੀਕੇ ਨਾਲ ਗੁਰਦੁਆਰੇ ਦੇ ਵਿੱਚ ਲੋਕਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ? ਕਿਉਂਕਿ ਇਸ ਸਮੇਂ ਪੋਲੀਟਿਕਸ ਜਿਹੜੀ ਸੀ, ਦੋ ਗਰੁੱਪ ਸਾਹਮਣੇ ਆ ਗਏ ਸੀ। ਉਸ ਸਮੇਂ ਇਹ ਵੀ ਸੁਣਿਆ ਕਿ ਗੁਰਦੁਆਰੇ ਦੇ ਅੰਦਰ ਸਿਰ ਢੱਕ ਕੇ ਨਹੀਂ ਜਾਇਆ ਜਾਂਦਾ ਹੈਗਾ ਸੀ, ਇਹ ਵੀ ਇੱਕ ਬੜਾ ਵੱਡਾ ਵਿਵਾਦ ਸੀ, ਕਈ ਵਾਰੀ ਝਗੜੇ ਵੀ ਹੋਏ ਸੀ। ਉਸ ਤੋਂ ਇਲਾਵਾ ਅਕਾਊਂਟਸ ਨੂੰ ਲੈ ਕੇ ਕਾਫੀ ਕੁਝ ਝਗੜੇ ਹੋਏ ਸੀ। ਸੋ ਇਹ ਜਿਹੜੀ ਇੱਕ ਦਰਾਰ ਸੀ ਉਹ ਕਮਿਊਨਿਟੀ ਦੇ ਵਿੱਚ, ਕੀ ਉਸ ਨੂੰ ਖਤਮ ਕਰਨ ਲਈ ਕੁਝ ਕੀਤਾ ਗਿਆ? ਅਸਲ ਦੇ ਵਿੱਚ ਨਾ ਜਿਹੜੀ ਇਹ ਦਰਾਰ ਜਿਹੜੀ ਸੀਗੀ, ਜੇ ਮੈਨੂੰ ਤੁਸੀਂ ਸਹੀ ਗੱਲ ਪੁੱਛੋ, ਕਿਉਂਕਿ ਉਸ ਵੇਲੇ ਜਿਸਲੇ ਗੁਰਦੁਆਰਾ ਸਾਹਿਬ ਬਣਾਉਣਾ ਸੀਗਾ ਨਾ ਜੀ, ਅੱਜ ਵਾਂਗਰ ਬੈਂਕਾਂ ਜਿਹੜੀਆਂ ਇਹਨੂੰ ਪੈਸੇ ਨਹੀਂ ਦਿੱਤੀਆਂ ਸੀ। ਅੱਛਾ ਜੀ। ਗੁਰਦੁਆਰਿਆਂ ਨੂੰ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਵੀ ਜਿਹੜੇ ਧਾਰਮਿਕ ਅਦਾਰੇ ਆ, ਅਸੀਂ ਇਹਨਾਂ ਦੇ ਉੱਤੇ ਮਤਲਬ ਆ ਇਹਨਾਂ ਨੂੰ ਅਸੀਂ ਨਹੀਂ, ਜੇ ਕੱਲ੍ਹ ਨੂੰ ਇਹ ਨਾ ਵੀ ਕਿਸ਼ਤ ਦੇਣ ਤਾਂ ਅਸੀਂ ਕੁਛ ਨਹੀਂ ਬਹੁਤਾ ਨਹੀਂ ਕਰ ਸਕਦੇ, ਇਸ ਕਰਕੇ ਉਹ ਡਰਦੀਆਂ ਸੀਗੀਆਂ ਬੈਂਕਾਂ। ਫਿਰ ਸਾਨੂੰ, ਮੇਰਾ ਖਿਆਲ ਆ ਉਹਨਾਂ ਦੇ ਵਿੱਚ ਮੈਂ ਵੀ ਵਿੱਚ ਸੀਗਾ, ਸਾਨੂੰ 10-15 ਬੰਦਿਆਂ ਨੂੰ ਆਪਣੇ ਘਰ ਲਿਖਾਉਣੇ ਪਏ। ਉਹ ਫਿਰ ਮਤਲਬ ਗਰੰਟੀ ਦੇਣੀ ਪਈ 15-16 ਬੰਦਿਆਂ ਨੂੰ। ਤਾਂ ਫਿਰ ਮਤਲਬ ਉਹ ਜਿਹੜਾ ਸੀਗਾ ਲੋਨ ਸਾਡਾ ਸਾਨੂੰ ਮਿਲਿਆ, ਅਪਰੂਵ ਹੋਇਆ। ਉਹ ਤੋਂ ਬਾਅਦ ਫਿਰ ਗੁਰਦੁਆਰਾ ਤਾਂ ਔਰ ਬਣਿਆ ਬਹੁਤ ਵਧੀਆ ਜੀ, ਕਿਉਂਕਿ ਉਸ ਵੇਲੇ ਦਾ ਬਹੁਤ ਮੰਨਿਆ ਆਰਕੀਟੈਕਚਰ ਸੀ ਐਰਿਕਸਨ ਜੀ, ਇਹ ਗੁਰਦੁਆਰਾ ਉਹਦਾ ਬਣਾਇਆ, ਉਹ ਹੇਬਲਰ ਕੰਟਰੈਕਟਰ ਸੀਗਾ। ਤਾਂ ਉਹ ਮਤਲਬ ਉਸ ਵੇਲੇ ਕੋਈ ਇਹੋ ਜਿਹੀ ਗੱਲ ਨਹੀਂ ਸੀਗੀ ਜੀ, ਜਿਹੜੀ ਤੁਸੀਂ ਕਹਿੰਦੇ ਆ ਜਿਹੜੇ ਫਿਰ ਫ੍ਰਿਕਸ਼ਨ ਵਗੈਰਾ ਜਿਹੜੀ ਆਈ ਆ ਨਾ ਜੀ ਉਸ ਵੇਲੇ, ਫਿਰ ਜਿਸ ਵੇਲੇ ਫਿਰ ਪੁਰਾਣੇ ਨਵੇਂ ਬੰਦੇ ਆਉਣੇ ਸ਼ੁਰੂ ਹੋ ਗਏ ਨਾ, ਨਵੇਂ ਜਦੋਂ ਇਹ 80s ਦੇ ਵਿੱਚ ਜਾ ਕੇ ਲੇਟ 70s ਬਿਗਨਿੰਗ 80s, ਲੇਟ 70s, ਠੀਕ ਹੈ, ਲੇਟ 70s ਦੇ ਵਿੱਚ ਸ਼ੁਰੂ ਹੋਇਆ ਜੀ। ਤਾਂ ਲੇਕਿਨ ਪਹਿਲਾਂ ਇੱਥੇ ਇਲੈਕਸ਼ਨ ਵੀ ਨਾ ਸੀ ਹੁੰਦੀ, ਔਰ ਨਾ ਇਲੈਕਸ਼ਨ ਜਿਹੜੀ ਆ ਹੱਥ ਖੜੇ ਕਰਕੇ ਹੁੰਦੀ ਸੀ, ਇਹ ਵੀ ਇੱਕ ਕਿਸਮ ਦਾ ਲੜਾਈ ਦਾ ਘਰ ਸੀਗਾ ਹੈ ਨਾ ਜੀ, ਹੱਥ ਖੜੇ ਕਰਨਾ। ਉਹ 75 ਦੇ ਵਿੱਚ ਵੀ ਥੋੜ੍ਹਾ ਜਿਹਾ ਹੋਇਆ ਵੀ, ਲੇਕਿਨ ਉਹ ਤੋਂ ਬਾਅਦ ਫਿਰ ਅਸੀਂ ਇਹ ਸੋਚ ਲਿਆ ਵੀ ਨਹੀਂ, ਇਹ ਨਹੀਂ ਹੈ ਵੀ ਜਿਹੜੀ ਹੈਗੀ ਆ ਇਲੈਕਸ਼ਨ ਜਿਹੜੀ ਆ ਉਹ ਬੈਲਟ ਰਾਹੀਂ ਹੋਣੀ ਚਾਹੀਦੀ ਆ। ਫਿਰ ਮੇਰੇ 78 ਦੇ ਵਿੱਚ ਪਹਿਲੀ ਵਾਰੀ ਫਿਰ ਮੈਂ ਇਹੋ ਜਿਹੜੀ ਹੈਗੀ ਅਸੀਂ ਇਹ ਜਿਹੜੇ ਬੈਲਟ ਪੇਪਰਾਂ ਦੇ ਨਾਲ ਇਲੈਕਸ਼ਨ ਕਰਵਾਈ ਆ। ਉਹ ਤੋਂ ਬਾਅਦ ਫਿਰ ਹੈ ਨਾ ਜੀ ਜਿਹੜੇ ਆ ਨੰਗੇ ਸਿਰ ਦਾ ਮਸਲਾ ਚੱਕਣਾ ਜਾਂ ਹੋਰ ਜਿਹੜੇ ਮਸਲੇ ਚੱਕਣੇ, ਇਹਦੇ ਵਿੱਚ ਫਿਰ ਥੋੜ੍ਹੀ ਜਿਹੀ ਹੈ ਨਾ ਜੀ ਜਿਹੜੇ ਬੰਦੇ ਨਵੇਂ ਆਏ ਸੀ ਉਹਨਾਂ ਦੇ ਉਹ ਥੋੜ੍ਹੇ ਜਿਹੇ ਚਾਹ ਤਾਂ
ਪੁਰਾਣੇ ਬੰਦੇ ਜਾਂ ਤਾਂ ਤੁਸੀਂ ਇਹ ਕਹਿ ਲਓ ਵੀ ਪੁਰਾਣੇ ਬੰਦੇ ਜਿਹੜੇ ਆ ਉਹ ਇਹੋ ਜਿਹੇ ਮਤਲਬ ਉਹਨਾਂ ਦੇ ਦਿਮਾਗ ਇੱਦਾਂ ਦੀਆਂ ਗੱਲਾਂ ਹਨ ਅਸੀਂ ਕਿਉਂਕਿ ਇਹ ਸਿਰ ਢੱਕਣ ਦਾ ਮਸਲਾ ਜਿਹੜਾ ਹੁਣ ਚਲੇ ਗਿਆ ਜੀ ਖਤਮ ਹੋ ਗਿਆ ਹੁਣ ਤਾਂ। ਉਸ ਵੇਲੇ ਵੀ ਜਾ ਸਕਦਾ ਸੀਗਾ ਲੇਕਿਨ ਉਹ ਇਸ਼ੂ ਇੱਕ ਬਣਾਉਣਾ ਸੀਗਾ, ਇਸ਼ੂ ਬਣਾ ਕੇ ਮਤਲਬ ਆ ਉਹ ਇੱਕ ਕਿਸਮ ਦਾ ਗੁਰਦੁਆਰੇ ਦੇ ਉੱਤੇ ਕਾਬੂ ਕਰਨ ਵਾਲੀਆਂ ਗੱਲਾਂ ਸੀਗੀਆਂ। ਰਾਈਟ, ਉਹ ਚੱਲਦੀਆਂ ਸੀ ਜੀ, ਕੋਈ ਸ਼ੱਕ ਨਹੀਂ। ਮੈਂ ਵੀ ਉਹਨਾਂ ਦੇ ਵਿੱਚ ਹੀ ਗੁਜ਼ਰਦਾ ਰਿਹਾ। ਰਾਈਟ, ਤਾਂ ਇਸ ਕਰਕੇ ਇਹ ਜਿਹੜਾ ਮਸਲਾ ਸੀਗਾ ਉਹ ਇਸੇ ਕਰਕੇ ਜਿਹੜਾ ਨੰਬਰ 5 ਗੁਰਦੁਆਰਾ ਜਿਹੜਾ ਆ ਉਹ ਵੀ ਇਸੇ ਕਰਕੇ ਦੈਟ ਵਾਸ ਦਾ ਰੀਜ਼ਨ। ਇਹਦੇ ਸੋਹਣ ਸਿੰਘ ਜੀ ਕਿ ਇਹ ਸਾਰੀ ਜਿਹੜੀ ਪੋਲਿਟਿਕਸ ਦੋਨੋਂ ਪੱਖ ਤੋਂ ਜਿਹੜੀ ਚੱਲ ਰਹੀ ਸੀ ਕਿ ਇਸ ਨਾਲ ਸੱਟ ਨਹੀਂ ਵੱਜੀ ਜਿਹੜਾ ਮੁੱਖ ਮੰਤਵ ਸੀ ਗੁਰਦੁਆਰੇ ਨੂੰ ਐਸਟੈਬਲਿਸ਼ ਕਰਨ ਦਾ, ਕਿਉਂਕਿ ਜਿੱਥੇ ਤਾਂ ਇੱਕ ਧਾਰਮਿਕ ਕੇਂਦਰ ਸੀ ਪਰ ਨਾਲ ਲੋਕਾਂ ਦੇ ਜਿਹੜੇ ਮੁੱਦੇ ਸਨ, ਕਿਉਂਕਿ ਇਹ ਉਹ ਸੈਂਟਰ ਹੁੰਦੇ ਸੀ ਜਿੱਥੇ ਕਿ ਹਿੰਦੂ ਵੀ ਆਉਂਦੇ ਸੀ, ਮੁਸਲਮਾਨ ਵੀ ਆਉਂਦੇ ਸੀ, ਹਰ ਇੱਕ ਧਰਮ ਦੇ ਲੋਕ ਆ ਕੇ ਇਕੱਠੇ ਹੋ ਕੇ ਆਪਣੇ ਕਾਮਨ ਇਸ਼ੂਜ਼ ਨੂੰ ਲੈ ਕੇ ਆਉਂਦੇ ਸੀ। ਪਰ ਇਹਨਾਂ ਚੀਜ਼ਾਂ ਦੇ ਨਾਲ ਕੀ ਇਹ ਚੀਜ਼ਾਂ ਨੂੰ ਸੱਟ ਵੱਜੀ? ਸੱਟ ਇਹਨਾਂ ਨੂੰ ਬਹੁਤ ਵੱਜੀ ਜੀ, ਕਿਉਂਕਿ ਆ ਜਿਹੜੀ ਤੁਸੀਂ ਕਹੀ ਆ ਸਾਰੇ ਧਰਮਾਂ ਦੇ ਜਦੋਂ ਖਾਲਸਾ ਇਹ ਜਦੋਂ ਗੁਰਦੁਆਰਾ ਸਾਹਿਬ ਬਣਿਆ ਨਾ ਜੀ, ਇਹਦੇ 'ਚ ਪੰਡਿਤ ਵੀ ਦੂਜੇ ਵੀ ਸਾਰੇ ਇਹਦੇ ਜਾਣੀ ਜਿਹੜੇ ਕੰਸਟਰਕਸ਼ਨ ਕਮੇਟੀ ਦੇ ਵਿੱਚ ਵੀ ਈਵਨ ਦੂਜੀ ਕਮੇਟੀ ਦੇ ਵਿੱਚ ਵੀ ਹਾਲੇ ਬੰਦੇ ਹੈਗੇ ਆ ਜਿਹੜੇ ਗੁਰਦੁਆਰਾ ਸਾਹਿਬ ਦੀ ਕਮੇਟੀ 'ਚ ਹੁੰਦੇ ਸੀਗੇ। ਜਿੱਦਾਂ ਹੁਣ ਨੰਬਰ 5 ਗੁਰਦੁਆਰਾ ਜਿਹੜਾ ਬਣਿਆ ਉਹ ਇਸ ਕਰਕੇ ਬਣਿਆ ਬਿਕਾਜ਼ ਇਹ ਜਿਹੜਾ ਗੁਰਦੁਆਰਾ ਆ ਮੋਸਟਲੀ ਜੇ ਤੁਸੀਂ ਕਹੋ ਇਹ ਨੰਬਰ 5 ਦੇ ਜਿੰਨੇ ਕੁ ਬੰਦੇ ਆ ਨਾ ਜੀ ਉਹ ਮੋਹਰੀ ਸੀਗੇ। ਓਕੇ, ਹਾਂ ਜੀ, ਉਹ ਵੀ ਤਾਂ ਜਿਹੜੇ ਹੁਣ ਚਲੋ ਜਿਹੜੇ ਉਹਨਾਂ ਦੇ ਵਿੱਚ ਵੀ ਉਹ ਵੀ ਹਾਲੇ ਬੰਦੇ ਹੈਗੇ ਆ ਇੱਥੇ, ਲੇਕਿਨ ਕਿਉਂਕਿ ਉਹ ਅਫੋਰਡ ਕਰਦੇ ਸੀਗੇ, ਉਹ ਇਹੋ ਜਿਹੀ ਝੰਜਟ ਦੇ ਵਿੱਚ ਪੈਣਾ ਨਹੀਂ ਸੀ ਚਾਹੁੰਦੇ। ਠੀਕ, ਜਿਸ ਝੰਜਟ ਦੇ ਵਿੱਚ ਜਿਹੜੇ ਨਵੇਂ ਬੰਦੇ ਆਏ ਸੀਗੇ ਉਹ ਪੈਣਾ ਮੰਗਦੇ ਸੀਗੇ, ਉਹ ਕਹਿੰਦੇ ਅਸੀਂ ਇਹਦੇ ਵਿੱਚੋਂ ਕੀ ਲੈਣਾ। ਰਾਈਟ, ਉਹਨਾਂ ਨੇ ਉਹ ਬਣਾ ਲਿਆ, ਲੇਕਿਨ ਉਹ 'ਚ ਘਾਟਾ ਬਹੁਤ ਪਿਆ। ਜੇ ਉਹ ਬੰਦੇ ਉੱਧਰ ਨਾ ਜਾਂਦੇ, ਉਹ ਇੱਥੇ ਟਿਕੇ ਰਹਿੰਦੇ ਤਾਂ ਅੱਜ ਨੂੰ ਮੇਰਾ ਮਤਲਬ ਆ ਜਿਹੜੀ ਹੈ ਨਾ ਜੀ ਸਾਡੀ ਕਮਿਊਨਿਟੀ ਦਾ ਜਿਹੜਾ ਹੈਗਾ ਕਮਿਊਨਿਟੀ ਸੈਂਟਰ ਵੀ ਬਣ ਜਾਣਾ ਸੀਗਾ, ਬਹੁਤ ਕੁਝ ਹੋ ਜਾਣਾ ਸੀਗਾ। ਉਸ ਵੰਡ ਹੋਣ ਦੇ ਨਾਲ ਨਾ ਉਹ ਫਿਰ ਜਿਹੜਾ ਪੈਸੇ ਵਾਲੇ ਬੰਦੇ ਸੀਗੇ ਉਹ ਸਾਰੇ ਨੰਬਰ 5 ਵਾਲੇ ਪਾਸੇ ਉਹ ਜਾਣੀ ਮਤਲਬ ਆ ਪਰੇ ਹਟ ਗਏ। ਇਹ ਨਹੀਂ ਵੀ ਸਾਰੇ ਨੰਬਰ 5 ਤੇ ਚੱਲ ਗਏ, ਲੇਕਿਨ ਨੰਬਰ 5 ਵਾਲਿਆਂ ਦਾ ਇਹਦੇ 'ਚ ਬਹੁਤ ਦੇਣ ਆ ਜਿਹੜੇ ਉੱਧਰਲੇ ਹੁਣ ਹਿੱਸੇਦਾਰ ਬਣੇ ਜਾਣ। ਰਾਈਟ, ਸੋ ਇਹਦੇ ਵਿੱਚ ਸੋਹਣ ਸਿੰਘ ਜੀ ਜਿਸ ਤਰ੍ਹਾਂ ਹੁਣ ਸਵਾਲ ਆਉਂਦਾ ਕਿ ਨਵੇਂ ਲੋਕ ਜਿਹੜੇ ਆ ਰਹੇ ਸੀ ਉਹ ਆਪਣੀ ਸੋਚ ਨੂੰ ਉੱਥੇ ਭਾਰੂ ਕਰਨਾ ਚਾਹੁੰਦੇ ਸੀ ਤੇ ਆਬਾਦੀ ਵਧਣ ਦੇ ਨਾਲ ਉਹਨਾਂ ਨੇ ਕੰਟਰੋਲ ਵੀ ਲੈ ਲਿਆ, ਪਰ ਕੀ ਉਹਨਾਂ ਨੇ ਵੀ ਜਿਹੜੀ ਸਿੱਖੀ ਦਾ ਸਹੀ ਤਰੀਕੇ ਨਾਲ ਪ੍ਰਚਾਰ ਹੋਣਾ ਸੀ ਕਿ ਉਸ ਪਾਸੇ ਧਿਆਨ ਦਿੱਤਾ ਜਾਂ ਸਿਰਫ ਸਿਆਸਤ ਤੱਕ ਹੀ ਇਹ ਗੱਲਾਂ ਸੀਮਿਤ ਰਹਿ ਗਈਆਂ? ਇਸ ਬਾਰੇ ਤੁਹਾਡੇ ਤੋਂ ਇਨਫੋਰਮੇਸ਼ਨ ਲੈਣੇ ਇਸ ਥੋੜ੍ਹੀ ਜਿਹੀ ਬ੍ਰੇਕ ਤੋਂ ਬਾਅਦ। ਥੈਂਕ ਯੂ ਜੀ। ਗੁਰਦੁਆਰੇ ਪੋਲਿਟਿਕਸ ਕਾਰਨ ਬਹੁਤ ਸਾਰੇ ਕਾਮਨ ਕੰਸੈਂਸਸ ਇਸ਼ੂਜ਼ ਜਿਹੜੇ ਸੀ ਉਹਨਾਂ ਦੇ ਵਿੱਚ ਦਰਾਰਾਂ ਪੈ ਗਈਆਂ ਤੇ ਕਮਿਊਨਿਟੀ ਨੂੰ ਉਸ ਦਾ ਫਾਇਦਾ ਨਹੀਂ ਹੋਇਆ। ਇਸ ਬਾਰੇ ਗੱਲਬਾਤ ਚੱਲ ਰਹੀ ਸੀ ਬ੍ਰੇਕ ਤੋਂ ਪਹਿਲਾਂ ਸੋਹਣ ਸਿੰਘ ਦਿਓ ਜੀ ਨਾਲ, ਆਓ ਹੋਰ ਜਾਣਕਾਰੀ ਲੈਣੇ ਜੀ। ਸੋ ਇਹਦਾ ਫਿਰ ਕੀ ਉਹਨਾਂ ਦੀ ਜਿਹੜੀ ਸੋਚ ਸੀ ਕੀ ਸਿਰਫ ਕਾਬਜ਼ ਹੋਣ ਦੀ ਸੀ ਜਾਂ ਵਾਕਿਆ ਜੀ ਸਿੱਖੀ ਜੋ ਹੈ ਉਸ ਨੂੰ ਸਹੀ ਪਰਸਪੈਕਟਿਵ ਵਿੱਚ ਅੱਗੇ ਲਿਆਉਣ ਦੀ ਸੀ? ਦੇਖੋ ਜੀ, ਜੇ ਤੁਸੀਂ ਮੈਨੂੰ ਪੁੱਛਦੇ ਆ ਤਾਂ ਕਾਬਜ਼ ਹੋਣ ਦੀ ਜਿਹੜੀ ਆ ਉਹ ਜ਼ਿਆਦਾ ਭਾਰੂ ਸੀ, ਲੇਕਿਨ ਸਿੱਖੀ ਵੀ ਦਿਖਾਲਦੇ ਸੀਗੇ। ਓਕੇ, ਲੇਕਿਨ ਜਿਸਲੇ ਆਹ ਧਾ ਦੀ ਗੱਲ ਆ ਜਾਂਦੀ ਸੀ ਤਾਂ ਸਿੱਖੀ ਨੂੰ ਇਹ ਉਹਲੇ ਕਰਕੇ ਸਿੱਖੀ ਦੇ ਅਸੂਲ ਆ ਜੀ, ਸਿੱਖੀ ਦੇ ਅਸੂਲ ਆ, ਲੇਕਿਨ ਉਹ ਸਿੱਖੀ ਦੇ ਅਸੂਲਾਂ ਨੂੰ ਪਿੱਛੇ ਛੱਡ ਕੇ ਤਾਂ ਫਿਰ ਉਹ ਕਈ ਵਾਰੀ ਉਹ ਜਿਹੜੀ ਰਾਜਨੀਤੀ ਉਹ ਭਾਰੂ ਵਰਤਦੇ ਸੀਗੇ। ਇਸ ਕਰਕੇ ਫਿਰ ਜਿਹੜੀ ਇਹ ਦਰਾੜ ਥੋੜੀ ਜਿਹੀ ਪਈ ਆ। ਔਰ ਇਹ ਖਬਰਾਂ ਵਿੱਚ ਵੀ ਆਈ, ਮੇਨ ਸਟ੍ਰੀਮ ਵਿੱਚ ਵੀ ਗੱਲਾਂ ਗਈਆਂ ਤੇ ਉਹਦੇ ਵਿੱਚ ਸਾਡੀ ਕਮਿਊਨਿਟੀ ਦਾ ਕੀ ਅਕਸ਼ ਹੈਗਾ ਸੀ? ਲੋਕਾਂ ਦੇ ਬਾਹਰਲੇ ਕਮਿਊਨਿਟੀਜ਼ ਕੀ ਸਮਝਦੀਆਂ ਸੀ? ਜਿਹੜੀ ਹੈ ਨਾ ਜੀ ਪੁਲਿਸ ਵੀ ਆਈ ਸੀ ਇੱਕ ਵਾਰ, ਪੁਲਿਸ ਵੀ ਆਈ ਸੀ ਇੱਕ ਵਾਰੀ ਗੁਰਦੁਆਰੇ ਦੇ ਅੰਦਰ, ਗੁਰਦੁਆਰੇ ਦੇ ਵਿੱਚ ਲੜਾਈਆਂ ਹੋਈਆਂ ਸੀ, ਕੋਈ ਸਿਰ ਦੇ ਢੱਕ ਕੇ ਨਹੀਂ ਜਾਂਦੇ ਸੀ, ਨੰਗੇ ਸਿਰ ਦਾ, ਤੇ ਕਾਫੀ ਕੁਝ ਸਾਰਾ ਕੁਝ ਉਸ ਵੇਲੇ ਹੈ ਨਾ ਜੀ ਜਿਹੜੀ ਹੋਈ ਉਹ ਜਿਹੜੀ ਚੀਜ਼ ਹੋਈ ਸੀਗੀ ਉਦੋਂ ਮੇਰਾ ਖਿਆਲ ਆ ਜੇ ਮੈਂ ਗਲਤ ਨਾ ਹੋਵਾਂ ਤਾਂ ਜਿਹੜੇ ਆ ਜੋਗੀ ਸਾਹਿਬ ਸੀਗੇ ਨਾ ਇਹ ਆਏ ਸੀਗੇ ਇੱਥੇ। ਰਾਈਟ, ਗੁਰਦੁਆਰਾ ਸਾਹਿਬ ਗੁਰਦੁਆਰੇ ਜੋਗੀ ਸਾਹਿਬ ਆਏ ਸੀਗੇ ਤਾਂ ਉਸ ਵੇਲੇ ਜਿਹੜੇ ਸੀਗੇ ਨਾ ਇਹ ਫਿਰ ਥੋੜੀ ਜ਼ਬਰਦਸਤੀ ਕਰਨ ਲੱਗ ਪਏ ਵੀ ਨਹੀਂ ਜੀ ਤੁਸੀਂ ਨੰਗੇ ਸਿਰ ਜਾ ਹੀ ਨਹੀਂ ਸਕਦੇ। ਉਸ ਵੇਲੇ ਫਿਰ ਉਹ ਇਸ ਕਰਕੇ ਫਿਰ ਉਹ ਥੋੜੀ ਕਸ਼ਮਕਸ਼ ਜਿਹੜੀ ਹੋਈ ਸੀਗੀ। ਲੇਕਿਨ ਜੇ ਉਹ ਪਿਆਰ ਨਾਲ ਕਹਿੰਦੇ ਤਾਂ ਹੋ ਸਕਦਾ ਕੋਈ ਬੜੀ ਗੱਲ ਹੈ ਨਾ ਸੀ। ਜਿੱਲੇ ਤੁਸੀਂ ਕਿਸੇ ਜ਼ੋਰ ਅਜਮਾਈ ਕਰਦੇ ਆ ਨਾ ਜੀ ਤਾਂ ਫਿਰ ਥੋੜਾ ਜਿਹਾ ਪ੍ਰੋਬਲਮ ਤਾਂ ਆਉਂਦੀ ਆ। ਇੱਕ ਹੋਰ ਜਿਹੜੀ ਗੱਲ ਜੋ ਸੁਣਨ ਨੂੰ ਮਿਲਦੀ ਹੈਗੀ ਹੈ ਕਿ ਇੱਕ ਸੋਚ ਜਿਹੜੀ ਹੈਗੀ ਸੀ, ਇੱਕ ਹੈਗੀ ਸੀ ਉਹ ਸੋਚ ਜਿਹੜੀ ਟ੍ਰੈਡੀਸ਼ਨਲ ਸੋਚ ਹੈਗੀ ਸੀ, ਇੱਕ ਜਿਹੜੀ ਇੱਥੋਂ ਦੀ ਸੋਚ ਸੀ, ਉਹ ਦੋਨਾਂ 'ਚ ਟਕਰਾਰ ਹੈਗਾ ਸੀ। ਜਿਸ ਤਰ੍ਹਾਂ ਤੁਸੀਂ ਵੀ ਗੱਲ ਕੀਤੀ ਕਿ ਜਿਹੜੇ ਇੱਥੋਂ ਦੇ ਰਹਿਣ ਵਾਲੇ ਲੋਕ ਸੀ ਉਹਨਾਂ ਵਾਸਤੇ ਨਾਰਮਲ ਚੀਜ਼ਾਂ ਸੀ, ਪਰ ਜਿਹੜੇ ਪੰਜਾਬ ਤੋਂ ਆਏ ਸੀ ਲੋਕ ਉਹਨਾਂ ਵਾਸਤੇ ਇਹ ਚੀਜ਼ਾਂ ਜ਼ਿਆਦਾ ਅਹਿਮੀਅਤ ਅਖਤਿਆਰ ਕਰਦੀਆਂ ਸੀ। ਸੋ ਇਹਨੂੰ ਸੋਲਵ ਕਰਨ ਵਾਸਤੇ ਕੀ ਕਦੀ ਕੁਝ ਤੁਹਾਡੇ ਵੱਲੋਂ ਜਾਂ ਤੁਹਾਡੇ ਗਰੁੱਪ ਵੱਲੋਂ ਜਾਂ ਦੂਸਰੇ ਗਰੁੱਪਾਂ ਵੱਲੋਂ ਕੋਈ ਕੋਸ਼ਿਸ਼ਾਂ ਕੀਤੀਆਂ ਗਈਆਂ? ਇਹਦੀਆਂ ਕੋਸ਼ਿਸ਼ਾਂ ਤਾਂ ਹੁੰਦੀਆਂ ਰਹੀਆਂ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਸ਼ਿਸ਼ਾਂ ਹੁੰਦੀਆਂ ਰਹੀਆਂ, ਲੇਕਿਨ ਉਹ ਕੋਸ਼ਿਸ਼ਾਂ ਜਿਹੜੀਆਂ ਇਸ ਕਰਕੇ ਕਾਮਯਾਬ ਨਹੀਂ ਹੋਈਆਂ ਕਿਉਂਕਿ ਉਹ ਇੱਕ ਕਿਸਮ ਦਾ ਨਾ ਉਹ ਜਿਹੜੇ ਨਵੇਂ ਬੰਦੇ ਜਿਹੜੇ ਆ ਕੇ 79 ਤੋਂ ਬਾਅਦ ਹੋਇਆ ਜੀ
79 ਤੋਂ ਬਾਅਦ ਹੋਇਆ। ਉਸ 79 ਦੇ ਵਿੱਚ ਮੈਂ ਵਿੱਚ ਹੀ ਸੀਗਾ ਉਦਾਂ, ਲੇਕਿਨ ਉਸ ਵੇਲੇ ਫਿਰ ਜਿਹੜੇ ਹਥਿਆਰ ਵਰਤ ਹੋਣ ਲੱਗ ਪਏ ਨਾ, ਉਹਦੇ ਵਿੱਚ ਰਾਜਨੀਤਿਕ ਜਿਹੜੇ ਔਰ ਕਬਜ਼ਾ ਕਰਨ ਦੇ ਉਹ ਜ਼ਿਆਦਾ ਭਾਰੂ ਸੀਗੇ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੰਮ ਉਹਨਾਂ ਵੀ ਕਮੇਟੀਆਂ ਨੇ ਕੀਤਾ ਜਿਹੜੇ ਆਏ ਆ, ਕੰਮ ਕੀਤਾ ਆ। ਉਹ ਸਾਰੀਆਂ ਹੁਣ ਖਾਲਸਾ ਦੀਵਾਨ ਸੁਸਾਇਟੀ ਦੀ ਜ਼ਮੀਨ ਮੋਰਲੀ ਜਿਹੜੀ ਆ ਗੁਰੂ ਅਮਰਦਾਸ ਨਿਵਾਸ ਆ ਉਹ ਵੀ ਲਿਆ, ਜ਼ਮੀਨ ਵੀ ਲਈ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੋਈਆਂ। ਲੇਕਿਨ ਜਿਹੜੀ ਮੈਂ ਤੁਹਾਨੂੰ ਗੱਲ ਕਹਿੰਦਾ, ਜਿੱਦਾਂ ਹੁਣ ਜ਼ਮੀਨ ਵੀ ਲੈ ਹੋ ਗਈ ਆ, ਉਹ ਵੀ ਲੈ ਆਪਣੇ ਹੁਣ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰੇ ਦੇ ਕੋਲ ਬਹੁਤ ਵਧੀਆ ਸਭ ਕੁਛ ਆ, ਲੇਕਿਨ ਉਹ ਜਿਹੜੀ ਜਿੱਦਾਂ ਮੈਂ ਤੁਹਾਨੂੰ ਗੱਲ ਕਹੀ ਆ, ਜੇ ਉਹ ਸਾਰੇ ਇਕੱਠੇ ਰਹਿੰਦੇ ਤਾਂ ਹੋ ਸਕਦਾ ਉਹ ਬਹੁਤ ਕੁਝ ਹੋਰ ਬਣ ਜਾਂਦਾ, ਹੋਰ ਅਚੀਵਮੈਂਟਸ ਜਿਹੜੀਆਂ ਕਮਿਊਨਿਟੀ ਦੇ ਹੱਥ ਲੱਗ ਸਕਦੀ। ਹਾਂਜੀ, ਓਕੇ। ਹੁਣ 80s ਦੇ ਵਿੱਚ ਹਾਲਾਤ ਖਰਾਬ ਹੋਣੇ ਸ਼ੁਰੂ ਹੋਏ ਪੰਜਾਬ ਦੇ ਵਿੱਚ, ਅਤੇ 84 ਦੇ ਵਿੱਚ ਜਦੋਂ ਹਮਲਾ ਹੋਇਆ ਉਸ ਦਾ ਬੜਾ ਇੰਪੈਕਟ ਪਿਆ ਤੇ ਉਹਦੇ ਸੰਬੰਧ ਵਿੱਚ ਦੱਸੋ ਕਿ ਉਸ ਸਮੇਂ ਤੁਸੀਂ ਗੁਰਦੁਆਰਾ ਕਮੇਟੀ 'ਚ ਇਨਵੋਲਵ ਸੀ, ਕੀ ਮਾਹੌਲ ਸੀ ਤੇ ਉਸ ਚੀਜ਼ ਨੇ ਕਿੰਨਾ ਕੁ ਨੁਕਸਾਨ ਸਾਨੂੰ ਉਸ ਵੇਲੇ? ਹੈ ਨਾ ਜੀ, ਮੈਂ ਜੇ ਤੁਸੀਂ ਕਹੋ ਇਨਵੋਲਵ ਤਾਂ ਸੀਗੇ, ਲੇਕਿਨ ਇਸ ਕਰਕੇ ਸੀਗੇ ਵੀ ਕਿਉਂਕਿ ਅਸੀਂ ਵੀ ਤਾਂ ਗੁਰਦੁਆਰੇ ਦੇ ਮੈਂਬਰ ਆ। ਠੀਕ। ਲੇਕਿਨ ਜੇ ਤੁਸੀਂ ਇਨਵੋਲਵਮੈਂਟ ਸਿੱਧੀ ਕਹੋ ਉਹ ਨਹੀਂ ਸੀ, ਕਿਉਂਕਿ ਜਿਸਲੇ ਤੁਸੀਂ ਵਿੱਚ ਹੁੰਦੇ ਹੈਗੇ ਆ ਐਗਜ਼ੈਕਟਿਵ ਦੇ ਵਿੱਚ ਆ ਤਾਂ ਤੁਹਾਡੇ ਫਿਰ ਤੁਸੀਂ ਕੁਝ ਕਰ ਸਕਦੇ ਆ। ਠੀਕ। ਲੇਕਿਨ ਉਸ ਵੇਲੇ ਅਸੀਂ ਸੀਗੇ ਬਾਹਰ, ਤਾਂ ਉਹ ਜਿਹੜੀ ਚੀਜ਼ ਸੀਗੀ ਜਦੋਂ ਅੰਮ੍ਰਿਤਸਰ ਹੋਇਆ ਉਹ ਤੋਂ ਬਾਅਦ ਫਿਰ ਨਾ ਜੀ ਜਿਹੜੇ ਇੱਥੇ ਬੰਦੇ ਆਏ ਆ, ਆਈ ਡੋਂਟ ਨੋ ਕਿ ਉਹਨਾਂ ਦੀ ਕਿੱਦਾਂ ਦੀ ਸੋਚ ਸੀਗੀ ਉਸ ਵੇਲੇ। ਫਿਰ ਗੁਰਦੁਆਰੇ ਦੇ ਉੱਤੇ ਕਬਜ਼ਾ ਕਰਨ ਲਈ ਕਈ ਕੁਝ ਹੋਇਆ। ਓਕੇ। ਮਤਲਬ ਆ ਉਹ ਕੋਈ ਸਿੱਖੀ ਜਜ਼ਬੇ ਦੀ ਗੱਲ ਨਹੀਂ ਹੋਈ, ਰਾਈਟ। ਉਹ ਇੱਕ ਕਬਜ਼ਾ ਕਰਨ ਦੀਆਂ ਗੱਲਾਂ ਹੋਈਆਂ, ਚਾਹੇ ਜ਼ੋਰ ਨਾ ਕਰ ਲਓ, ਚਾਹੇ ਇੱਦਾਂ ਕਰ ਲਓ, ਚਾਹੇ ਇਸ ਹਿਸਾਬ ਨਾਲ ਇਹ ਗੁਰਦੁਆਰੇ ਮੋਸਟਲੀ ਸਰੀ ਵਾਲਾ ਗੁਰਦੁਆਰਾ ਜਿਹੜਾ ਸੀਗਾ ਉਹਨਾਂ ਨੇ ਆਪਣੇ ਘਰਾਂ ਦੇ ਉੱਤੇ ਸਾਰੀਆਂ ਗਰੰਟੀਆਂ ਦੇ ਕੇ ਗੁਰਦੁਆਰਾ ਬਣਾਇਆ। ਲੇਕਿਨ ਉਹਨਾਂ ਨੂੰ ਵੀ ਜਿਸ ਵੇਲੇ ਇੱਕ ਕਿਸਮ ਦਾ ਲੜਾਈ ਝਗੜੇ ਦੇ ਵਿੱਚ ਉਹ ਕਹਿੰਦੇ ਵੀ ਅਸੀਂ ਕੀ ਲੈਣਾ, ਉਹ ਵੀ ਪਰੇ ਹੋ ਗਏ। ਉਹਨਾਂ ਨੇ ਫਿਰ ਆ ਕੇ ਤੁਹਾਨੂੰ ਪਤਾ ਜਿਹੜਾ ਬੇਰ ਕਰੀਕ ਉਹਨੇ ਬਣਾ ਲਿਆ, ਇਹ ਵੀ ਘਾਟਾ ਪਿਆ ਨਾ। ਉਹ ਜਿਹੜੇ ਬੰਦੇ ਇੰਨਾ ਕੰਮ ਹੈ, ਛੋਟੀ ਜਿਹੀ ਕਮਿਊਨਿਟੀ ਜਿਹੜਾ ਐਡਾ ਵੱਡਾ ਕੰਮ ਕਰ ਸਕਦੀ ਸੀਗੀ, ਉਹਨੂੰ ਧੱਕੇ ਪਰੇ ਕਰ ਦੇਣਾ, ਉਹ ਫਿਰ ਆਪੇ ਫ੍ਰਿਕਸ਼ਨ ਤਾਂ ਪੈ ਗਈ ਨਾ। ਇਹ ਸਾਰੀ ਚੀਜ਼ਾਂ ਦੇ ਵਿੱਚ ਜਿਹੜੇ ਕਾਮਨ ਮੁੱਦੇ ਸਨ, ਜਿਵੇਂ ਕਿ ਸਾਡੇ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨਾ ਜਾਂ ਉਹਨਾਂ ਜਿਹੜੇ ਸੋਸ਼ਲ ਕਾਜ਼ਸ ਸਨ, ਉਹਨਾਂ ਵੱਲੋਂ ਤਾਂ ਬਿਲਕੁਲ ਹੀ ਫਿਰ ਇਹ ਚੀਜ਼ਾਂ ਖਤਮ ਹੋ ਗਈਆਂ ਸੀ। ਗੈਂਗਸ ਵਾਲੇ ਪਾਸੇ, ਡਰੱਗਸ ਵਾਲੇ ਪਾਸੇ ਨੌਜਵਾਨ ਜੇ ਤੁਸੀਂ ਮੇਰੇ ਤੋਂ ਇਹ ਪੁੱਛਦੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਸਿੱਖੀ ਵੱਲ ਨੂੰ ਦਿਖਾਵਾ ਤਾਂ ਸੀਗੇ ਸਾਰੇ ਹੈਗੇ ਆ, ਲੇਕਿਨ ਜੇ ਤੁਸੀਂ ਕਹੋ ਵੀ ਉਹਦੇ ਜਿਹੜੇ ਹੈਗੇ ਆ ਪ੍ਰਿੰਸੀਪਲਸ, ਉਹਨਾਂ ਨੂੰ ਅਪਲਾਈ ਕਰਨਾ, ਮੇਰੇ ਹਿਸਾਬ ਨਾਲ ਉਹ ਇੰਨਾ ਨਹੀਂ ਹੋਇਆ। ਜੇ ਸਿੱਖੀ ਦੇ ਪ੍ਰਿੰਸੀਪਲਾਂ ਨੂੰ ਉਹਦੇ ਹਿਸਾਬ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸਾਨੂੰ ਦਿੱਤੀ ਹੈਗੀ ਆ ਸੋਚ ਆ ਜਾਂ ਸਿੱਖਿਆ ਆ, ਉਹਦੇ ਹਿਸਾਬ ਨਾਲ ਜੇ ਹੁੰਦੀ ਤਾਂ ਫਿਰ ਇਹ ਕੁਛ ਨਹੀਂ ਸੀਗਾ ਹੋਣਾ। ਤਾਂ ਉਹਦੇ ਨਾਲ ਫਿਰ ਜਿਹੜੇ ਸੀਗੇ ਠੀਕ ਆ, ਉਹ ਆ ਕੇ ਕਾਬਜ਼ ਤਾਂ ਹੋ ਗਏ ਜੀ, ਕਾਬਜ਼ ਹੋ ਗਏ। ਲੇਕਿਨ ਬਾਅਦ ਦੇ ਵਿੱਚ ਫਿਰ ਜਿਹੜੇ ਆਮ ਲੋਕ ਸੀਗੇ ਉਹਨਾਂ ਨੇ ਸਮਝਿਆ, ਫਿਰ ਵੀ ਜਿਹੜੇ ਉਹ ਮਗਰਵਾਣੀ ਜਿਹੜੇ ਜਦੋਂ ਉਹਨਾਂ ਦੇ ਕੋਲੋਂ ਕਬਜ਼ਾ ਗਿਆ, ਕੋਈ ਲੜਾਈਆਂ ਨਾਲ ਨਹੀਂ ਗਿਆ, ਵੋਟਾਂ ਨਾਲ ਹੀ ਗਿਆ। ਰਾਈਟ। ਸੋ 84 ਦੇ ਵਿੱਚ ਜਦੋਂ ਇਹ ਹਮਲਾ ਹੋਇਆ ਉਸ ਪ੍ਰਤੀ ਕੀ ਸੋਚ ਸੀ? ਕਿਉਂਕਿ ਇਸ ਸਮੇਂ ਇੱਕ ਮਾਡਰਨ ਧਰਾ, ਇੱਕ ਜਿਹੜੇ ਲਫ਼ਜ਼ ਹੋ ਗਏ, ਇੱਕ ਮਾਡਰਨ, ਇੱਕ ਫੰਡਾਮੈਂਟਲਿਸਟ, ਇਹ ਕਮਿਊਨਿਟੀ ਵਿੱਚ ਸੋਚ ਜਿਹੜੀ ਆ ਗਈ ਸੀ, ਇਹ ਕੀ ਚੱਲ ਰਿਹਾ ਸੀ? ਤੇ ਕੀ ਜਿਹੜਾ 84 ਜੋ ਹਮਲਾ ਹੋਇਆ, ਕੀ ਜਿਹੜਾ ਮਾਡਰਨ ਧੜਾ ਆਪਣੇ ਆਪ ਨੂੰ ਖਵਾਉਂਦਾ ਸੀ, ਕੀ ਉਸਨੇ ਵਿਰੋਧ ਨਹੀਂ ਕੀਤਾ ਕਿ ਜੋ ਦਰਬਾਰ ਸਾਹਿਬ 'ਚ ਹੋਇਆ ਗਲਤ ਹੋਇਆ? ਜਿਹੜਾ ਨਾ ਜੀ ਦਰਬਾਰ ਸਾਹਿਬ ਦੇ ਵਿੱਚ ਜੋ ਕੁਝ ਹੋਇਆ, ਉਹ ਜਿਹੜਾ ਉਸ ਵੇਲੇ ਮਾਡਰਨ ਧੜਾ ਵਗੈਰਾ ਕੋਈ ਧੜੇ ਨਾ ਸੀ, ਨਾ ਮਾਡਰਨ ਸੀਗੇ ਤੇ ਨਾ ਫੰਡਾਮੈਂਟਲ ਸੀਗੇ। ਉਸ ਵੇਲੇ ਇੱਥੇ ਵੈਨਕੂਵਰ ਦੇ ਵਿੱਚ ਬਹੁਤ ਬੜਾ ਰੋਸ ਮੁਜ਼ਾਹਰਾ ਕੀਤਾ ਗਿਆ, ਲੱਖਾਂ ਦੀ ਹਿਸਾਬ ਨਾਲ ਸਾਰੇ ਵਿੱਚ ਸ਼ਾਮਲ ਸੀਗੇ ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਉਹ ਸਾਰੇ ਕਹਿੰਦੇ ਸੀ ਬਹੁਤ ਮਾੜੀ ਗੱਲ ਹੋਈ ਆ, ਉਹਦੇ ਵਿੱਚ ਕਿਸੇ ਦਾ ਕੋਈ ਐਸੀ ਗੱਲ ਨਹੀਂ, ਸਾਰੇ ਕਹਿੰਦੇ ਸੀ ਬਹੁਤ ਮਾੜੀ ਗੱਲ ਹੋਈ। ਪਰ ਉਹ ਦਰਾੜ ਕਿੱਥੇ ਫਿਰ ਪਈ ਜਿਸਨੇ ਕਿ ਵੰਡ ਦਿੱਤਾ? ਜਿਸ ਵੇਲੇ ਜਿਹੜੀ ਹੈ ਨਾ ਜੀ ਦਰਾੜ ਪਈ ਆ, ਦਰਾੜ ਉਸ ਵੇਲੇ ਪਈ ਆ ਜਿਸ ਵੇਲੇ ਫਿਰ ਇੱਕ ਕਿਸਮ ਦਾ ਤੁਸੀਂ ਇਹ ਗੱਲ ਕਹਿ ਲਓ ਵੀ ਜਿਹੜੇ ਪੁਰਾਣੇ ਪਹਿਲੇ ਬੰਦੇ ਸੀਗੇ ਉਹ ਵੋਟਾਂ ਦੇ ਥਰੂ ਗੁਰਦੁਆਰਿਆਂ ਦੇ ਉੱਤੇ ਮੁੜ ਕੇ ਫੇਰ ਆ ਗਏ। ਲੇਕਿਨ ਕੋਈ ਲੜਾਈ ਝਗੜੇ ਨਾਲ ਨਹੀਂ ਆਏ, ਵੋਟਾਂ ਨਾਲ ਆਏ ਆ। ਠੀਕ। ਉਹ ਤੋਂ ਬਾਅਦ ਫਿਰ ਜਿਹੜਾ ਆ ਹੁਣ ਮੈਂ ਜਿਹੜਾ ਹੁਕਮਨਾਮਾ ਆਇਆ ਨਾ ਜੀ, ਹੁਣ 100 ਸਾਲ ਹੋ ਗਿਆ ਸੀਗਾ, ਤੁਸੀਂ ਵੀ ਦੇਖੋ 100 ਸਾਲ ਹੋ ਗਿਆ ਸੀਗਾ। ਇਹ ਕੁਰਸੀਆਂ ਮੇਜ਼ਾਂ ਜਿਹੜੀਆਂ ਰੱਖੀਆਂ ਇਹਨੂੰ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ, ਹਾਂਜੀ। ਸੰਤ ਤੇਜਾ ਸਿੰਘ ਹੁਣੀ ਮੇਰਾ ਖਿਆਲ ਆ ਕਨਸਟੀਟਿਊਸ਼ਨ ਬਣਾਉਣ ਵਾਲੇ ਆ ਇੱਥੇ ਦਾ ਵੀ, ਤਾਂ ਜਿਹੜਾ ਆਪਣੀ ਹੈਗੀ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਹੈਗਾ ਖਰੜਾ ਆ, ਉਹਦੇ ਵਿੱਚ ਵੀ ਉਹਨਾਂ ਦਾ ਨਾਂ ਸੀਗਾ। ਇਹ ਜਿਹੜੀ ਚੀਜ਼ ਸੀਗੀ ਨਾ, ਹੁਣ ਇਹ ਵੀ ਜਿਸ ਵੇਲੇ ਪਹਿਲੇ ਧੜੇ ਵੀ ਜਿਨ੍ਹਾਂ ਨੇ ਮਗਰਵਾਣੀ ਆ ਕੇ ਇਹਦੀ ਵਿਰੋਧਤਾ ਕੀਤੀ ਕੁਰਸੀਆਂ ਦੀ, ਇਹ ਵੀ ਤਾਂ 10 ਸਾਲ ਕੁਰਸੀਆਂ ਦੇ ਉੱਤੇ ਰਹੇ ਨਾ।
ਉਸ ਵੇਲੇ ਤਾਂ ਫਿਰ ਠੀਕ, ਉਸ ਵੇਲੇ ਕਿਉਂ ਠੀਕ ਸੀਗਾ? ਰਾਈਟ। ਉਹ ਜਿਸ ਵੇਲੇ ਫਿਰ ਇਹਨਾਂ ਦਾ ਹੋ ਗਿਆ, ਉਹ ਜਿਹੜਾ ਹੁਕਮਨਾਮਾ ਆਇਆ, ਉਹ ਰਣਜੀਤ ਸਿੰਘ ਨੇ ਜਿਹੜਾ ਹੁਕਮਨਾਮਾ ਭੇਜਿਆ, ਉੱਥੋਂ ਦਰਾੜ ਪਈ ਆ ਜੀ। ਸੋ ਉਹ ਮੇਜਰ ਕਾਰਨ ਸੀ ਜਿਸ ਕਾਰਨ ਮੇਜਰ ਸਾਰੀ ਕਾਜ਼ ਜਿਹੜਾ community ਆ, ਵਿੱਚ ਮੇਜਰ ਦਰਾਰ ਕਾਜ਼ ਜਿਹੜਾ ਆ ਉਹ ਇਹ ਆ। ਜਿਹੜਾ ਇੱਕ ਇਹ ਵੀ ਗੱਲ ਆਂਦੀ ਹੈਗੀ, ਕਿਹਾ ਜਾਂਦਾ ਹੈ ਕਿ ਜਿਹੜੇ ਮੋਡਰੇਟ ਸਨ ਉਸ ਸਮੇਂ ਇਹ ਗੱਲ ਸ਼ੁਰੂ ਹੋ ਗਈ ਸੀ, ਉਹ ਭਾਰਤ ਸਰਕਾਰ ਦੇ ਕਹਿਣ ਦੇ ਉੱਤੇ ਸਭ ਕੁਝ ਕਰ ਰਹੇ ਸੀ, ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ? ਇਹ ਤਾਂ ਬਿਲਕੁਲ ਗਲਤ ਹੈ ਜੀ। ਭਾਰਤ ਸਰਕਾਰ ਦੇ ਕਹੇ ਤੇ ਭਾਰਤ ਸਰਕਾਰ ਜਿਹੜੀ ਆ, ਇਹ ਜਿਹੜਾ ਮੋਡਰੇਟ ਗਰੁੱਪ ਦੇ ਵਿੱਚ ਭਾਰਤ ਸਰਕਾਰ ਨਾਲ ਮਿਲਣੇ ਵਾਲੇ ਬੰਦੇ ਬਿਲਕੁਲ ਨਾ ਉਦੋਂ ਸੀਗੇ ਨਾ ਅੱਜ ਨਾ ਅੱਜ ਆ, ਤੇ ਇਹਨਾਂ ਦੀ ਸੋਚਣੀ ਡਿਫਰੈਂਟ ਹੈਗੀ ਆ। ਰਾਈਟ। ਉਹਨਾਂ ਦੀ ਭਾਰਤ ਸਰਕਾਰ ਨਾਲ ਮਿਲ ਵਰਤਣ ਜਿਹੜੀ ਸੋਚਣੀ ਆ ਉਹ ਡਿਫਰੈਂਟ ਆ। ਜਿਹੜੇ ਹੈਗੇ ਆ, ਜਿਹੜੇ ਪਹਿਲੇ ਬੰਦੇ ਇੱਥੇ ਆਏ ਹੋ ਆ, ਜਾਂ ਜਿਹੜੇ ਤੁਸੀਂ ਉਹਨਾਂ ਨੂੰ ਮੋਡਰੇਟ ਕਹਿ ਲਓ, ਉਹਨਾਂ ਦੀ ਸੋਚਣੀ ਜਿਹੜੀ ਡਿਫਰੈਂਟ ਆ। ਇਸ ਬਾਰੇ ਹੋਰ ਜੀ ਅਗਲੇ ਹਫਤੇ ਗੱਲਬਾਤ ਕਰਾਂਗੇ ਕਿ ਜਦੋਂ ਇਹ 87 ਤੋਂ ਬਾਅਦ ਜਿਹੜੀ ਦਰਾੜ ਹੈਗੀ ਸੀ, ਇਸਨੇ ਕਮਿਊਨਿਟੀ ਨੂੰ ਬਿਲਕੁਲ ਵੰਡ ਕੇ ਰੱਖ ਦਿੱਤਾ, ਪਰ ਕੀ ਜਿਹੜੇ ਲੋਕਾਂ ਨੇ ਇਹ ਸਭ ਕੁਝ ਕੀਤਾ ਸੀ, ਕੀ ਉਹਨਾਂ ਦਾ ਆਪਸੀ ਤਾਲਮੇਲ ਨਹੀਂ ਸੀ? ਕਿ ਉਹ ਸਿਰਫ ਇਹ ਲੋਕਾਂ ਦੇ ਵਿੱਚ ਇਹ ਗੱਲ ਨੂੰ ਲਿਆ ਕੇ ਕਿ ਆਪਣੇ ਉਹਨਾਂ ਨੇ ਸੋਸ਼ਲ ਜਿਹੜੀਆਂ ਰਿਸਪੌਂਸਿਬਿਲਿਟੀ ਸੀ ਕਿ ਉਸ ਤੋਂ ਪਿੱਛੇ ਹਟ ਗਏ ਸੀ? ਇਸ ਬਾਰੇ ਕਰਾਂਗੇ ਅਗਲੇ ਹਫਤੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਫॉर योर टाइम। ਓਕੇ।